गुरु की प्यारी साध संगत जी। गुरु जी तुरदे तुरदे आप देव सांद्रम दीपागरी पहुंचे, जिथे बड़े बड़े राक्ष रहिंदे सन। एक पहाड़ दे कोल रमणीक जगह वेख के आपने डेरा कीता। तद मर्दाने कहा, महाराज जी इते बड़ी भयानक जगह जापदी है, दूर दूर तक उजाड़ पई दिसदी है। ਤਾਂ ਗੁਰੂ ਜੀ ਨੇ ਕਿਹਾ, ਮਰਦਾਨੇ ਜਿੱਥੇ ਵੀ ਜਾਂਦੇ ਹਾਂ ਤਾਂ ਸ਼ਹਿਰ ਹੀ ਲੱਭਣੇ, ਚੁੱਪ ਕਰਕੇ ਤੂੰ ਟਿਕਦਾ ਨਹੀਂ ਕਿਧਰੇ। ਤਾਂ ਮਰਦਾਨੇ ਕਿਹਾ, ਗੁਰੂ ਜੀ ਤੁਰਦਿਆਂ ਤੁਰਦਿਆਂ ਮੇਰੀ ਬੱਸ ਹੋ ਗਈ, ਜੇ ਤੁਸੀਂ ਠਹਿਰੇ ਹੀ ਹੋ ਤਾਂ ਉਜਾੜ 'ਚ ਮੈਨੂੰ ਭੁੱਖ ਲੱਗੀ ਹੈ ਤਾਂ ਕੀ ਕਰਾਂ। ਭੁੱਖਣ ਭਾਣੇ ਨੂੰ ਮਖੌਲ ਕਰਦੇ ਹੋ। ਤਾਂ ਗੁਰੂ ਜੀ ਕਿਹਾ, ਮਰਦਾਨੇ ਇਸ ਨਗਰ 'ਚ ਕੌੜੇ ਵਰਗੇ ਰਾਖਸ਼ ਰਹਿੰਦੇ ਹਨ, ਜਿਸ ਨੇ ਤੈਨੂੰ ਤਪਦੇ ਕੜਾਹੇ ਵਿੱਚ ਪਾਇਆ ਸੀ। ਯਾਦ ਹੈ ਤੈਨੂੰ? ਫਿਰ ਅਕਾਲ ਪੁਰਖ ਨੇ ਤੇਰੀ ਰੱਖਿਆ ਕੀਤੀ ਸੀ, ਉਸ ਤੋਂ ਬਿਨਾਂ ਸਹਾਰਾ ਤੇਰਾ ਕੋਈ ਨਹੀਂ ਬਣਦਾ। ਧੀਰਜ ਰੱਖ, ਹੁਣ ਵੀ ਪ੍ਰਮਾਤਮਾ ਤੇਰੀ ਹਰ ਤਰ੍ਹਾਂ ਨਾਲ ਰੱਖਿਆ ਕਰਨਗੇ। ਤਦ ਮਰਦਾਨਾ ਕਿਹਾ, ਇਸ ਤਰ੍ਹਾਂ ਦੇ ਨਗਰ 'ਚ ਤਾਂ ਮੈਂ ਕਦੀ ਵੀ ਨਹੀਂ ਜਾਵਾਂਗਾ, ਪਹਿਲੇ ਹੀ ਮਸਾਂ ਬਚਿਆ ਸਾਂ, ਹੁਣ ਨਹੀਂ ਬਚਦਾ। ਤਾਂ ਗੁਰੂ ਜੀ ਕਿਹਾ, ਮਰਦਾਨੇ ਇਸ ਨਗਰ ਵਿੱਚ ਜ਼ਰੂਰ ਜਾਣਾ ਹੈ, ਤੇਰੇ ਗਏ ਬਿਨਾ ਕਾਰਜ ਪੂਰੇ ਨਹੀਂ ਹੋਣੇ। ਅੱਜ ਹੀ ਇਸ ਨਗਰ ਵਿੱਚ ਜਾ। ਤਾਂ ਮਰਦਾਨੇ ਕਿਹਾ, ਤੁਸੀਂ ਮੇਰੀਆਂ ਗੱਲਾਂ ਸੁਣ ਕੇ ਮੇਰੇ ਨਾਲ ਗੁੱਸੇ ਹੋ ਗਏ, ਜਾਪਦੇ ਹੋ ਰਾਖਸ਼ ਤੋਂ ਮੈਨੂੰ ਮਰਵਾਉਣਾ ਚਾਹੁੰਦੇ ਹੋ। ਤਾਂ ਗੁਰੂ ਜੀ ਨੇ ਕਿਹਾ ਕਿ ਮਰਦਾਨੇ ਤੂੰ ਤੇ ਸਹੀ, ਪਰ ਮਰਦਾਨਾ ਆਪਣੇ ਅੜੀ ਵੱਲ ਸੁਭਾ ਤੇ ਉਤਰ ਆਇਆ, ਆਖਣ ਲੱਗਾ, ਆਪ ਭਾਵੇਂ ਨਿਸੰਗ ਮਾਰ ਦਿਓ, ਮੈਂ ਉਹਨਾਂ ਰਾਖਸ਼ਾਂ ਪਾਸ ਨਹੀਂ ਜਾਵਾਂਗਾ। ਇਸ ਤਰ੍ਹਾਂ ਗੱਲਾਂ ਹੀ ਕਰਦੇ ਸਨ ਕਿ ਰਾਖਸ਼ਾਂ ਦਾ ਰਾਜਾ ਨਿਕਲਿਆ, ਆਪਣੇ ਨਾਲ ਕਾਫੀ ਸਾਜੋ ਸਮਾਨ ਲੈ ਕੇ ਕਿਤੇ ਸ਼ਿਕਾਰ ਤੇ ਜਾ ਰਿਹਾ ਸੀ। ਸ਼ਾਇਦ ਬਹੁਤ ਸਾਰੀ ਫੌਜ ਨਾਲ ਸੀ। ਵੱਡਾ ਕਾਲਾ ਰੰਗ, ਜਿਵੇਂ ਕਾਲਾ ਬੱਦਲ ਚੜ ਕੇ ਆ ਗਿਆ ਹੋਵੇ, ਬਗਲੇ ਵਰਗੇ ਚਿੱਟੇ ਚਿੱਟੇ ਦੰਦ, ਖੂਹਾਂ ਵਰਗੀਆਂ ਨਾਸਾਂ ਤੇ ਕੰਨ, ਲਹੂ ਵਰਗੀਆਂ ਲਾਲ ਅੱਖਾਂ, ਲਾਖੇ ਰੰਗ ਦੇ ਵੱਡੇ ਵੱਡੇ ਮੋਟੇ ਮੋਟੇ ਵਾਲ, ਗਲ ਵਿੱਚ ਹੱਡਾਂ ਦੀ ਮਾਲਾ ਪਾਈ ਹੋਈ ਸੀ। ਜਿਸ ਪਹਾੜ ਦੇ ਲਾਗੇ ਗੁਰੂ ਜੀ ਬੈਠੇ ਸਨ, ਉਸ ਵੱਲ ਨੂੰ ਉਹ ਆ ਰਿਹਾ ਸੀ। ਮਰਦਾਨਾ ਵੇਖ ਕੇ ਬਹੁਤ ਡਰ ਗਿਆ ਸੀ। ਉਸ ਦੇ ਪ੍ਰਾਣ ਜਿਵੇਂ ਨਿਕਲਣ ਵਾਲੇ ਸਨ। ਰੰਗ ਬਹੁਤ ਪੀਲਾ ਪੈ ਗਿਆ ਸੀ। ਮੂੰਹੋਂ ਕੁਝ ਬੋਲ ਨਹੀਂ ਸਕਦਾ। ਮਨ ਵਿੱਚ ਸੋਚ ਰਿਹਾ ਸੀ, ਮੌਤ ਆਈ ਵੀ ਤਾਂ ਕਿੱਥੇ ਆ ਕੇ ਕਿਸੇ ਹਾਲ ਵੀ ਹੁਣ ਅਸੀਂ ਬਚ ਨਹੀਂ ਸਕਦੇ। ਫਿਰ ਗੁਰੂ ਜੀ ਨੂੰ ਇਸ਼ਾਰੇ ਨਾਲ ਮਰਦਾਨਾ ਆਖਣ ਲੱਗਾ, ਕੋਈ ਤੁਸਾਂ ਉਪਾਅ ਹੁੰਦਾ ਹੈ ਤਾਂ ਕਰ ਲਓ, ਨਹੀਂ ਤਾਂ ਸਾਡੀ ਮੌਤ ਨਿਸ਼ਚੈ ਹੀ ਹੈ। ਡਰ 'ਚ ਇਕੱਠਾ ਹੁੰਦਾ ਜਾ ਰਿਹਾ ਸੀ। ਮਰਦਾਨਾ ਭੱਜ ਜਾਣਾ ਚਾਹੁੰਦਾ ਸੀ, ਲੇਕਿਨ ਉੱਠ ਨਹੀਂ ਸੀ ਸਕਦਾ। ਸਰੀਰ 'ਚ ਬਲ ਨਹੀਂ ਸੀ ਰਿਹਾ। ਉਸ ਦਾ ਡਰ ਨਾਲ ਸਾਹ ਸੂਤਿਆ ਜਾ ਚੁੱਕਾ ਸੀ। ਗੁਰੂ ਜੀ ਇੱਕ ਵਾਰ ਮਰਦਾਨਾ ਵੱਲ ਵੇਖਿਆ ਤੇ ਆਖਿਆ, ਮਰਦਾਨੇ ਹੌਸਲਾ ਕਰ, ਇੰਨਾ ਘਬਰਾਇਆ ਕਿਉਂ ਗਿਆ ਹੈ? ਪਰਮਾਤਮਾ ਸਾਡੇ ਨਾਲ ਹੈ, ਪਰਮਾਤਮਾ ਦੇ ਯਕੀਨ ਰੱਖ। ਰਾਖਸ਼ ਤਿੰਨਾਂ ਨੂੰ ਵੇਖ ਕੇ ਬੜਾ ਹੀ ਖੁਸ਼ ਹੋਇਆ। ਆਪਣੇ ਸੈਨਾਂ ਨੂੰ ਨਾਲ ਲੈ ਕੇ ਬੋਲਿਆ, ਇਹਨਾਂ ਨੂੰ ਮਾਰ ਦਿਓ। ਬਹੁਤ ਦੇਰ ਬਾਅਦ ਮਨੁੱਖ ਦਾ ਮਾਸ ਪ੍ਰਾਪਤ ਹੋਇਆ ਹੈ। ਜਿਸ ਵੇਲੇ ਉਹ ਰਾਖਸ਼ ਦੇ ਪਿਆਦੇ ਗੁਰੂ ਜੀ ਕੋਲ ਪਹੁੰਚੇ, ਉਹ ਅੰਨੇ ਹੋ ਗਏ, ਕੁਝ ਵੀ ਵਿਖਾਈ ਨਾ ਦੇਵੇ। ਉਹਨਾਂ ਨੂੰ ਵੇਖ ਕੇ ਗੁਰੂ ਜੀ ਹੱਸ ਪਏ। ਜਦੋਂ ਪਿਛਾਂਹ ਮੁੜੇ ਤਾਂ ਉਹਨਾਂ ਨੂੰ ਰਸਤਾ ਵਿਖਾਈ ਦੇਣ ਲੱਗ ਪਿਆ। ਉਹਨਾਂ ਆਪਣੇ ਰਾਜੇ ਨੂੰ ਜਾ ਕੇ ਸਾਰੀ ਵਾਰਦਾਤ ਦੱਸੀ। ਜਦੋਂ ਉਹ ਰਾਜੇ ਕੋਲ ਵਾਪਸ ਮੁੜ ਗਏ ਤਾਂ ਰਾਖਸ਼ ਰਾਜਾ ਬੋਲਿਆ, ਤੁਸੀਂ ਉਹਨਾਂ ਨੂੰ ਮਾਰਿਆ ਨਹੀਂ? ਕੀ ਤੁਹਾਨੂੰ ਉਹ ਬੈਠੇ ਨਜ਼ਰ ਨਹੀਂ ਆਏ? ਕੀ ਤੁਸੀਂ ਅੰਨੇ ਹੋ ਗਏ ਸੀ? ਤਦ ਉਹਨਾਂ ਸਾਰੀ ਗੱਲ ਦੱਸੀ। ਰਾਖਸ਼ ਸੁਣ ਕੇ ਬੜਾ ਹੈਰਾਨ ਹੋਇਆ। ਤਦ ਉਸ ਆਪਣੇ ਮੰਤਰੀ ਨੂੰ ਗੁੱਸੇ 'ਚ ਕਿਹਾ, ਕੀ ਹੋ ਰਿਹਾ ਹੈ? ਇਹ ਮੈਂ ਕੀ ਸੁਣਦਾ ਪਿਆ ਹਾਂ? ਉਹਨਾਂ ਫਕੀਰਾਂ ਨੂੰ ਵੇਖ ਕੇ ਕਿਹੜਾ ਅੰਦਰਾਤਾ ਉਤਰ ਆਇਆ ਸੀ ਤੁਹਾਡੀਆਂ ਅੱਖਾਂ 'ਚ? ਤਦ ਮੰਤਰੀ, ਜਿਸ ਦੀ ਆਤਮਾ ਸੁੱਧ ਸੀ, ਨੇ ਕਿਹਾ,
ਜੇ ਤੁਸੀਂ ਕਹੋ ਤਾਂ ਮੈਂ ਇਹਨਾਂ ਦੀ ਪਰਖ ਕਰਾਂ। ਮਨ 'ਚ ਸ਼ਰਧਾ ਧਰ ਕੇ ਗੁਰੂ ਜੀ ਪਾਸ ਆ ਗਿਆ। ਮੰਤਰੀ ਨੇ ਮਨ 'ਚ ਸੋਚਿਆ, ਇਹ ਕੋਈ ਪੂਰਨ ਬ੍ਰਹਮ ਹੈ। ਨਮਸਕਾਰ ਕਰਕੇ ਬੈਠ ਗਿਆ ਤੇ ਪੁੱਛਣ ਲੱਗਾ, ਮਹਾਰਾਜ, ਤੁਹਾਡਾ ਨਾਂ ਕੀ ਹੈ? ਤੁਸੀਂ ਕਿੱਥੋਂ ਚੱਲ ਕੇ ਆਏ ਹੋ? ਤੁਸੀਂ ਤੇ ਮੈਨੂੰ ਪਰਮਾਤਮਾ ਰੂਪ ਲੱਗਦੇ ਹੋ। ਅੱਗੇ ਤੁਸੀਂ ਕਿਹੜੇ ਦੇਸ਼ ਜਾ ਰਹੇ ਹੋ? ਤਦ ਗੁਰੂ ਜੀ ਕਿਹਾ, ਸਾਡਾ ਨਾਂ ਨਾਨਕ ਨਿਰੰਕਾਰੀ ਹੈ। ਅਸੀਂ ਫਕੀਰ ਆਪਣੀ ਮਸਤੀ ਨਾਲ ਘੁੰਮਣ ਫਿਰਨ ਵਾਲੇ ਹਾਂ। ਤਾਂ ਮੰਤਰੀ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਰਾਜੇ ਕੋਲ ਗਿਆ ਤੇ ਰਾਜੇ ਨੂੰ ਕਿਹਾ, ਹੇ ਰਾਜਨ, ਤੇਰੇ ਨਗਰ ਵਿੱਚ ਪ੍ਰਮਾਤਮਾ ਆਇਆ ਹੈ। ਉਸ ਦੀ ਸ਼ਰਨ ਵਿੱਚ ਜਾ ਕੇ ਆਪਣਾ ਉਧਾਰ ਕਰੋ। ਮਨ ਵਿੱਚ ਸਭ ਕਲਪਨਾਵਾਂ ਦਾ ਨਾਸ਼ ਕਰਕੇ ਉਸ ਦੇ ਚਰਨਾਂ 'ਚ ਜਾ ਕੇ ਮੱਥਾ ਟੇਕੋ। ਤਦ ਰਾਜੇ ਨਾਲ ਹੋਰ ਵੀ ਰਾਖਸ਼ ਚੱਲ ਪਏ। ਜਦੋਂ ਉਹ ਪਹਾੜ ਨਜ਼ਦੀਕ ਆਏ ਤਾਂ ਸਾਰੇ ਹੀ ਅੰਨੇ ਹੋ ਗਏ। ਸਿਰਫ ਮੰਤਰੀ ਨੂੰ ਹੀ ਗੁਰੂ ਜੀ ਵਿਖਾਈ ਦੇ ਰਹੇ ਸਨ। ਤਾਂ ਮੰਤਰੀ ਨੇ ਕਿਹਾ, ਹੇ ਰਾਜਨ, ਆਪਣੇ ਮਨ ਚੋਂ ਦੁਆਇ ਦਾ ਪਰਦਾ ਹਟਾ ਕੇ ਆਪਣੀ ਰਾਖਸ਼ ਬੁੱਧੀ ਦਾ ਨਾਸ਼ ਕਰੋ, ਤਾਂ ਹੀ ਤੈਨੂੰ ਪਰਮ ਪ੍ਰੀਤ ਦਾ ਗਿਆਨ ਹੋ ਸਕੇਗਾ। ਤਾਂ ਰਾਜੇ ਨੇ ਕਿਹਾ, ਮੰਤਰੀ, ਮੈਂ ਅਜਿਹਾ ਹੀ ਕਰਾਂਗਾ। ਇਹ ਕਮਾਲ ਫਕੀਰ ਪਰਮਾਤਮਾ ਦਾ ਰੂਪ ਹਨ। ਇਹਨਾਂ ਦੀ ਮੈਂ ਮਨ ਤਨ ਨਾਲ ਸੇਵਾ ਕਰਾਂਗਾ। ਰਾਜੇ ਦਾ ਮਨ ਹੁਣ ਦੀਨ ਹੋ ਗਿਆ ਹੈ ਅਤੇ ਉਸ ਦੀ ਆਤਮਾ ਸ਼ੁੱਧ ਹੋ ਗਈ ਸੀ। ਤਦ ਗੁਰੂ ਜੀ ਕੋਲ ਜਾ ਕੇ ਉਹ ਬੇਨਤੀ ਕਰਨ ਲੱਗਾ, ਹੇ ਪ੍ਰਭੂ, ਤੁਸੀਂ ਪੂਰਨ ਪੁਰਖ ਤੇ ਨਾਸ ਤੋਂ ਰਹਿਤ ਪੂਰਨ ਅਕਾਲ ਪੁਰਖ ਹੋ। ਇਹ ਮੈਂ ਵੇਖ ਲਿਆ ਹੈ। ਤੁਸੀਂ ਸਾਡੇ ਵਰਗੇ ਪਾਪੀ ਅਲ ਪਗ ਜੀਵਾਂ ਨੂੰ ਜਮਾਂ ਤੋਂ ਛੁਟਕਾਰਾ ਦਿਵਾਉਣ ਵਾਲੇ ਹੋ। ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ। ਇਹਨਾਂ ਆਖ ਰਾਜਾ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ। ਫਿਰ ਬੜੀ ਨਿਮਰਤਾ ਨਾਲ ਦੇਵਲੂਤ ਰਾਖਸ਼ ਗੁਰੂ ਜੀ ਨੂੰ ਆਪਣੇ ਨਾਲ ਲੈ ਗਿਆ। ਬੜੀ ਖੂਬਸੂਰਤ ਜਗ੍ਹਾ ਤੇ ਗੁਰੂ ਜੀ ਨੂੰ ਬਿਠਾਇਆ। ਬਾਰ-ਬਾਰ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰ ਰਿਹਾ ਸੀ। ਫਿਰ ਦੇਵਲੂਤ ਨੇ ਆਪਣੇ ਨੌਕਰਾਂ ਤੋਂ ਮਿੱਠੇ ਫਲਾਂ ਅਤੇ ਸ਼ੁੱਧ ਭੋਜਨ ਦਾ ਪ੍ਰਬੰਧ ਕਰਵਾਇਆ। ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੰਤ ਜੀ ਭੋਜਨ ਛਕੋ। ਤਾਂ ਗੁਰੂ ਜੀ ਨੇ ਕਿਹਾ, ਦੇਵਲੂਤ, ਪਹਿਲੇ ਸਾਡਾ ਸ਼ੁਭ ਉਪਦੇਸ਼ ਗ੍ਰਹਿਣ ਕਰੋ, ਫਿਰ ਹੀ ਅਸੀਂ ਤੇਰਾ ਪ੍ਰਸ਼ਾਦ ਛਕਾਂਗੇ, ਨਹੀਂ ਤੇ ਨਹੀਂ, ਕਿਉਂਕਿ ਤੁਸੀਂ ਜੀਵਨ ਵਿੱਚ ਦੁਖਦਾਈ ਹੋ। ਤਾਂ ਦੇਵਲੂਤ ਨੇ ਕਿਹਾ, ਗੁਰੂ ਜੀ, ਤੁਸੀਂ ਜਿਸ ਤਰ੍ਹਾਂ ਆਖੋਗੇ ਉਸ ਤਰ੍ਹਾਂ ਹੀ ਕਰਾਂਗੇ। ਮੈਂ ਤੁਹਾਡੇ ਅਧੀਨ ਰਹਾਂਗਾ ਸਾਰੀ ਜ਼ਿੰਦਗੀ। ਗੁਰੂ ਜੀ ਨੇ ਕਿਹਾ, ਹੇ ਦੇਵਲੂਤ, ਪਹਿਲੇ ਤੂੰ ਮਾਸ ਖਾਣਾ ਛੱਡ ਦੇ। ਇਸ ਨਾਲ ਜੀਵਾਂ ਦਾ ਨਾਸ ਹੁੰਦਾ ਹੈ। ਫਿਰ ਪ੍ਰਮਾਤਮਾ ਦਾ ਸਿਮਰਨ ਕਰ, ਜਿਸ ਤਰ੍ਹਾਂ ਤੇਰੀ ਕੁੱਲ ਵਿੱਚ ਭਗਤ ਪ੍ਰਹਲਾਦ ਹੋਏ ਸਨ, ਜਿਨ੍ਹਾਂ ਪ੍ਰਮਾਤਮਾ ਦਾ ਸਿਮਰਨ ਕੀਤਾ ਸੀ। ਪ੍ਰਮਾਤਮਾ ਨੇ ਦੋਵਾਂ ਲੋਕਾਂ 'ਚ ਉਸ ਦੀ ਪੱਤ ਰੱਖੀ। ਉਸ ਦੀ ਸਾਖੀ ਹਾਲੇ ਵੀ ਆਮ ਪ੍ਰਚਲਿਤ ਹੈ। ਉਸ ਦੇ ਪਿਤਾ ਰਾਖਸ਼ ਹਿਰਨਾਕਸ਼ ਨੇ ਉਸ ਨੂੰ ਬੜਾ ਦੁੱਖ ਦਿੱਤਾ ਸੀ, ਪਰ ਪ੍ਰਹਲਾਦ ਨੇ ਪ੍ਰਮਾਤਮਾ ਦਾ ਨਾਮ ਨਹੀਂ ਤਿਆਗਿਆ ਸੀ। ਵੇਖੋ, ਭਾਬੀ ਸਨ ਹਾਲੇ ਤੱਕ ਵੀ ਪ੍ਰਮਾਤਮਾ ਦਾ ਨਾਮ ਲੈਂਦਾ ਹੈ। ਉਸ ਦੇ ਭਰਾ ਰਾਵਣ ਨੂੰ ਸ੍ਰੀ ਰਾਮਚੰਦਰ ਜੀ ਨੇ ਮਾਰਿਆ ਸੀ। ਭਾਬੀ ਸਨ ਨੂੰ ਭਗਤੀ ਕਰਕੇ ਛੱਡ ਦਿੱਤਾ ਸੀ। ਤੂੰ ਵੀ ਪ੍ਰਮਾਤਮਾ ਤੇ ਸ਼ਰਧਾ ਰੱਖ ਅਤੇ ਭਗਤੀ ਕਰ। ਪਤਾ ਨਹੀਂ ਤੈਨੂੰ ਤੇਰੇ ਕਿਹੜੇ ਪਾਪਾਂ ਦੇ ਕਾਰਨ ਰਾਖਸ਼ ਤਨ ਮਿਲਿਆ ਹੈ। ਜੇ ਹੁਣ ਵੀ ਤੂੰ ਕੁਕਰਮੀ ਰਿਹਾ ਤਾਂ ਭਾਰੀ ਦੁੱਖ ਪਾਵੇਂਗਾ, ਜਿਸ ਤੋਂ ਤੈਨੂੰ ਕੋਈ ਛੁਡਾ ਨਹੀਂ ਸਕੇਗਾ। ਇਸ ਤਰ੍ਹਾਂ ਦੇਵਲੂਪ ਗੁਰੂ ਜੀ ਦਾ ਉਪਦੇਸ਼ ਸੁਣ ਕੇ ਹੰਕਾਰ ਰਹਿਤ ਬੋਲਿਆ, ਮੈਂ ਸਦਾ ਆਪ ਜੀ ਦੇ ਅਨੁਸਾਰ ਹੀ ਰਹਾਂਗਾ। ਤੁਹਾਡੇ ਉਪਦੇਸ਼ ਦੇ ਦਰਸ਼ਨ ਕਰਨ ਨਾਲ ਮੇਰੀ ਮਦ ਬੁੱਧੀ ਨਸ਼ਟ ਹੋ ਗਈ ਹੈ। ਤੁਹਾਡੇ ਬਚਨਾਂ ਨਾਲ ਮੇਰੀ ਪਰਮਾਤਮਾ 'ਚ ਲਿਵ ਲੱਗੀ ਹੈ। ਫਿਰ ਗੁਰੂ ਜੀ ਬਾਲੇ ਨੂੰ ਕਿਹਾ, ਬਾਲਿਆ, ਭੋਜਨ ਵਰਤਾਓ। ਗੁਰੂ ਜੀ ਨੇ ਭੋਜਨ ਕੀਤਾ। ਗੁਰੂ ਜੀ ਨੇ ਅੱਧਾ ਭੋਜਨ ਦੇਵਲੂਤ ਨੂੰ ਦੇ ਦਿੱਤਾ। ਦੇਵਲੂਤ ਤੇ ਉਸ ਦੇ ਮੰਤਰੀ ਮੰਡਲ ਨੇ ਭੋਜਨ ਛਕਿਆ। ਭੋਜਨ ਛਕਦੇ ਸਾਰ ਉਸ ਦੇ
ਪਰਦੇ ਸਭ ਦੂਰ ਹੋ ਗਏ। ਇਸ ਤਰ੍ਹਾਂ ਗੁਰੂ ਜੀ ਕੁਝ ਦਿਨ ਉੱਥੇ ਰਹੇ। ਫਿਰ ਗੁਰੂ ਜੀ ਨੇ ਦੇਵਲੂਤ ਨੂੰ ਆਖਿਆ, ਹੇ ਦੇਵਲੂਤ, ਰਾਜਾ ਸੁਦਰਸੈਨ ਦੀ ਆਣ 'ਚ ਕਿਸੇ ਦੀ ਹਿੱਸਾ ਨਹੀਂ ਕਰਨੀ। ਹਰ ਵੇਲੇ ਗੁਰੂ ਦਾ ਨਾਮ ਜਾਪ ਕਰੋ। ਤਾਂ ਦੇਵਲੂਤ ਨਿਮਰਤਾ ਨਾਲ ਬੋਲਿਆ, ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਹਾਂ। ਤੁਹਾਡੇ ਹੁਕਮ ਬਿਨਾਂ ਕੋਈ ਕੰਮ ਨਹੀਂ ਕਰਾਂਗਾ। ਤੁਹਾਡੀ ਹਰ ਆਗਿਆ ਮੇਰੇ ਸਿਰ ਮੱਥੇ ਹੈ। ਅੱਜ ਤੋਂ ਰਾਜਾ ਸੁਦਰ ਮੇਰਾ ਰਾਜਾ ਹੈ, ਮੇਰਾ ਮਾਲਕ ਹੈ। ਗੁਰੂ ਜੀ ਨੂੰ ਨਮਸਕਾਰ ਕਰਕੇ ਸੁਦਰਸੈਨ ਨੂੰ ਮਿਲਣ ਦੀ ਤਿਆਰੀ ਕਰ ਲਈ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਨਾਮ ਜਪਣ ਲੱਗਾ। ਗੁਰੂ ਜੀ ਉੱਥੋਂ ਵਿਦਿਆ ਹੋਏ। ਕਿਤੇ ਧਰਤੀ ਤੇ ਕਿਤੇ ਪਾਣੀ ਤੇ ਚੱਲਦੇ ਰਹੇ। ਚਲਦਿਆਂ ਚਲਦਿਆਂ ਬਹੁਤ ਭਾਰੀ ਜੰਗਲ ਆ ਗਿਆ। ਬੜੇ ਅੱਛੇ ਫਲ ਅਤੇ ਫੁੱਲਾਂ ਨਾਲ ਭਰਪੂਰ ਸੀ। ਬਹੁਤ ਦੂਰ ਤੱਕ ਇਸ ਤਰ੍ਹਾਂ ਹੀ ਸਜ ਰਿਹਾ ਸੀ। ਜਦੋਂ ਗੁਰੂ ਜੀ ਉਸ ਸੁੰਦਰ ਬਾਗ ਦੇ ਵਿੱਚ ਗਏ ਤਾਂ ਉੱਥੇ ਵੱਡੇ ਵੱਡੇ ਵਾਲਾਂ ਵਾਲੇ ਬਣਮਾਨਸਾਂ ਦੀ ਡਾਰ ਵੇਖੀ, ਜੋ ਭਿਆਨਕ ਪਸ਼ੂਆਂ ਵਾਂਗੂ ਘਿਰਿਆ ਕਰ ਰਹੇ ਸਨ। ਤਦ ਮਰਦਾਨਾ ਉਹਨਾਂ ਨੂੰ ਵੇਖ ਕੇ ਘਬਰਾ ਗਿਆ ਤੇ ਆਖਣ ਲੱਗਾ, ਗੁਰੂ ਜੀ, ਇਹ ਕੀ ਬੁਲਾਵਾ ਫਿਰਦਿਆਂ ਹਨ? ਮੈਨੂੰ ਇਹਨਾਂ ਤੋਂ ਬੜਾ ਡਰ ਲੱਗਦਾ ਹੈ। ਤਾਂ ਗੁਰੂ ਜੀ ਮਰਦਾਨੇ ਦੀ ਗੱਲ ਸੁਣ ਕੇ ਆਖਿਆ, ਮਰਦਾਨੇ, ਇਹ ਬਣਮਾਨਸ ਹਨ, ਤੂੰ ਕਿਉਂ ਡਰ ਰਿਹਾ ਹੈ? ਤੇ ਵੇਖ ਸਾਨੂੰ, ਵੇਖ ਉਹ ਕਿਵੇਂ ਡਰ ਰਹੇ ਹਨ। ਫਿਰ ਬਾਲੇ ਬਣਮਾਨਸ ਨੂੰ ਪੁੱਛਿਆ ਕਿ ਤੂੰ ਕੌਣ ਹੈ? ਆਪਣੀ ਕਹਾਣੀ ਕਹਿ। ਤਾਂ ਉਹ ਪਸ਼ੂਆਂ ਦੀ ਤਰ੍ਹਾਂ ਚੀਕ ਮਾਰ ਕੇ ਭੱਜ ਗਿਆ। ਤਾਂ ਗੁਰੂ ਜੀ ਆਖਿਆ, ਬਾਲੇ, ਇਹ ਮਨੁੱਖਾਂ ਵਾਂਗੂ ਨਹੀਂ ਬੋਲਦੇ, ਪਸ਼ੂ ਦੀ ਤਰ੍ਹਾਂ ਅਣਜਾਣ ਹਨ। ਫਿਰ ਇੱਕੋ ਫਲ ਗੁਰੂ ਜੀ ਨੇ ਮਰਦਾਨੇ ਨੂੰ ਦਿੱਤਾ। ਕਿਹਾ, ਲੈ ਫਲ ਛਕ ਲੈ। ਮਰਦਾਨੇ ਛਕਿਆ ਤਾਂ ਫਲ ਬੜਾ ਮਿੱਠਾ ਸੀ। ਮਰਦਾਨਾ ਤ੍ਰਿਪਤ ਹੋ ਗਿਆ। ਅੱਗੇ ਪ੍ਰਸਥਾਨ ਕੀਤਾ। ਬੜੇ ਦਿਨ ਹੋ ਗਏ ਸਫ਼ਰ ਕਰਦਿਆਂ। ਮਰਦਾਨੇ ਨੂੰ ਭੁੱਖ ਲੱਗੀ ਜ਼ੋਰਾਂ ਦੀ। ਅੱਗੇ ਇੱਕ ਬਹੁਤ ਸੁੰਦਰ ਜੰਗਲ ਆਇਆ, ਜਿਸ ਵਿੱਚ ਬਹੁਤ ਸਾਰੇ ਫਲਾਂ ਨਾਲ ਲੱਦੇ ਹੋਏ ਦਰਖਤ ਸਨ। ਪਰ ਇਸ ਜੰਗਲ ਵਿੱਚ ਇੱਕ ਵੀ ਪਸ਼ੂ ਪੰਛੀ ਨਜ਼ਰ ਨਹੀਂ ਸੀ ਆ ਰਿਹਾ। ਚਾਰੇ ਪਾਸੇ ਸੁੰਨਸਾਨ ਛਾਈ ਹੋਈ ਸੀ। ਉੱਥੇ ਇੱਕ ਸੁੰਦਰ ਜਗ੍ਹਾ ਵੇਖ ਕੇ ਗੁਰੂ ਜੀ ਬੈਠ ਗਏ। ਤਾਂ ਮਰਦਾਨੇ ਨੇ ਕਿਹਾ, ਗੁਰੂ ਜੀ, ਫਲ ਖਾ ਲਵਾਂ? ਮੈਨੂੰ ਭੁੱਖ ਲੱਗੀ ਹੈ। ਗੁਰੂ ਜੀ ਨੇ ਕਿਹਾ, ਮਰਦਾਨੇ, ਇਸ ਜੰਗਲ 'ਚ ਕੋਈ ਪੰਛੀ ਨਹੀਂ ਹੈ। ਇਹ ਫਲ ਚੰਗੇ ਨਹੀਂ, ਤੂੰ ਮੇਰੇ ਕੋਲ ਬਹਿ ਜਾ। ਇਸ ਤਰ੍ਹਾਂ ਆਖ ਕੇ ਗੁਰੂ ਜੀ ਚੁੱਪ ਹੋ ਗਏ। ਮਰਦਾਨਾ ਗੁੱਸੇ 'ਚ ਆ ਕੇ ਬੜੇ ਕਰੜੇ ਸ਼ਬਦ ਕਹੇ। ਆਖਣ ਲੱਗਾ, ਮੇਰੇ ਨਾਲ ਕੋਈ ਖੋਰੇ ਕੀ ਵੈਰ ਹੈ? ਇਹਨਾਂ ਦਾ ਜਿੱਥੇ ਜਾਂਦੇ ਭੁੱਖਾ ਹੀ ਮਾਰਦੇ ਨੇ ਮੈਨੂੰ। ਹੁਣ ਤੇ ਮੈਂ ਬਚ ਨਹੀਂ ਸਕਦਾ। ਖੁਦਾ ਨੇ ਮੈਨੂੰ ਮੌਤ ਕਿੱਥੇ ਆ ਕੇ ਦਿੱਤੀ ਹੈ। ਪਰਦੇਸ਼ ਹੈ, ਇੱਥੇ ਕੋਈ ਮੇਰਾ ਨਹੀਂ। ਹੇ ਅੱਲਾ, ਮੇਰਾ ਖਮੀਰ ਕਿੱਥੇ ਪਹਿਣਾ ਸੀ? ਇੱਥੇ ਮੇਰੀ ਦੇਹ ਖਫਨ ਤੋਂ ਬਿਨਾਂ ਹੀ ਰਹਿ ਜਾਏਗੀ। ਮੇਰੀ ਕਬਰ ਇੱਥੇ ਕੌਣ ਬਣਾਏਗਾ? ਇਸ ਤਰ੍ਹਾਂ ਧਰਤੀ ਤੇ ਰੁਲਦੀ ਰਹੇਗੀ। ਲਾਸ਼ ਮੇਰੀ ਕਾਂ ਕੁੱਤੇ ਖਾ ਜਾਣਗੇ। ਮੈਂ ਡੂਮ ਸਾਂ, ਚੰਗਾ ਭਲਾ ਆਪਣੇ ਜਜ਼ਮਾਨਾਂ ਦੇ ਸਿਰੋਂ ਖਾਂਦਾ ਸਾਂ, ਪਰਿਵਾਰ ਨੂੰ ਮਿਲ ਕੇ ਖੁਸ਼ ਹੁੰਦਾ ਸਾਂ। ਇਹਨਾਂ ਆਪਣਾ ਘਰ ਉਜਾੜ ਹੀ ਦਿੱਤਾ, ਨਾਲ ਮੈਨੂੰ ਵੀ ਮਾਰ ਲਿਆ। ਉਹ ਸਾਹਮਣੇ ਫਲਾਂ ਦਾ ਦਰਖਤ ਹੈ, ਜੇ ਆਖੋ ਤਾਂ ਖਾ ਕੇ ਤ੍ਰਿਪਤ ਹੋ ਜਾਵਾਂ। ਜਦੋਂ ਗੁਰੂ ਜੀ ਨੇ ਮਰਦਾਨੇ ਨੂੰ ਆਗਿਆ ਨਾ ਦਿੱਤੀ ਤਾਂ ਪੁੱਛੇ ਤੋਂ ਬਿਨਾਂ ਹੀ ਰੁੱਖ ਨਾਲੋਂ ਤੋੜ ਕੇ ਫਲ ਖਾਣ ਲੱਗਾ। ਲਾਲਚ ਵਿੱਚ ਆ ਕੇ ਸਾਰੇ ਫਲ ਖਾ ਗਿਆ। ਇੱਥੇ ਇੱਕ ਬੜਾ ਭਿਆਨਕ ਦੇਉ ਰਹਿੰਦਾ ਸੀ, ਜਿਸ ਨੇ ਜੰਗਲ ਦੇ ਸਾਰੇ ਹੀ ਫਲ ਖਾ ਲਏ ਸਨ। ਉਸ ਦੀ ਦੇਹ 2 ਕੋਹ ਤੱਕ ਲੰਮੀ ਹੋ ਗਈ ਸੀ। ਲੰਮੀਆਂ ਲੰਮੀਆਂ ਬਾਹਾਂ, ਸਿਰ ਉੱਤੇ ਸਿੰਘ ਸਨ। ਪਹਾੜ ਦੀ ਗੁਫਾ ਵਰਗੀਆਂ ਡੂੰਘੀਆਂ ਨਾਸਾਂ ਸਨ। ਭੁੱਖ ਨਾਲ ਬੁੱਲਾਂ ਉੱਤੇ ਜੀਭ ਫੇਰ ਰਿਹਾ ਸੀ। ਮਰਦਾਨੇ ਨੂੰ ਉਸ ਆ ਫੜਿਆ ਅਤੇ ਬੁਰਕੀ ਵਾਂਗੂ ਉਸ ਨੂੰ ਮੂੰਹ 'ਚ ਪਾਉਣ ਲੱਗਾ। ਤਾਂ ਮਰਦਾਨਾ ਬਹੁਤ ਡਰ ਗਿਆ। ਇੱਕ ਸ਼ਬਦ ਵੀ ਮੂੰਹ 'ਚੋਂ ਬੋਲ ਨਾ ਹੋਇਆ। ਮਨ ਹੀ ਮਨ ਵਿੱਚ ਉਸਨੇ ਗੁਰੂ ਨਾਨਕ ਦੇਵ ਜੀ ਦਾ ਧਿਆਨ ਕੀਤਾ। ਆਖਣ ਲੱਗਾ,
हे ਮਹਾਰਾਜ ਮੇਰੀ ਰੱਖਿਆ ਕਰੋ। ਜਿਸ ਤਰ੍ਹਾਂ ਗਜਰਾਜ ਨੂੰ ਬਚਾਇਆ ਸੀ ਇਸ ਤਰ੍ਹਾਂ ਮੈਨੂੰ ਬਚਾਓ। ਇਹ ਬਹੁਤ ਵੱਡਾ ਦੈਤ ਮੈਨੂੰ ਖਾ ਰਿਹਾ ਹੈ, ਮੈਨੂੰ ਰੱਖ ਲਵੋ, ਤੁਸੀਂ ਰੱਖ ਸਕਦੇ ਹੋ। ਮੈਂ ਤੁਹਾਡਾ ਦੀਨ ਬੰਧੂ ਹਾਂ, ਮੈਂ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਤੁਹਾਡੀ ਸ਼ਰਨ ਵਿੱਚ ਹਾਂ। ਮੇਰੀ ਲੱਜਾ ਰੱਖੋ, ਮੇਰੀ ਜਾਨ ਇਸ ਬਿਪਤਾ ਤੋਂ ਛੁਡਾਓ। ਤੁਸੀਂ ਤਿੰਨਾਂ ਲੋਕਾਂ ਦੇ ਸਿਰ ਮੋਹਰ ਹੋ। ਗੁਰੂ ਉੱਥੇ ਬੈਠ ਹੀ ਸਾਰਾ ਬਿਰਤਾਂਤ ਜਾਣ ਗਏ ਅਤੇ ਦੈਤ ਤੋਂ ਗੁਰੂ ਜੀ ਨੇ ਮਰਦਾਨੇ ਦੀ ਰੱਖਿਆ ਕੀਤੀ। ਮਰਦਾਨੇ ਨੂੰ ਦੈਤ ਨੇ ਖਾ ਲਿਆ, ਪਰ ਮਰਦਾਨਾ ਦੁਸ਼ਟ ਦੈਤ ਦੇ ਗਲ ਨੂੰ ਛੋਹ ਨਾ ਸਕਿਆ। ਇਸ ਤਰ੍ਹਾਂ ਅੰਦਰ ਚਲਾ ਗਿਆ ਜਿਵੇਂ ਸਾਬਤ ਦਾਣਾ ਚਲਾ ਜਾਂਦਾ ਹੈ। ਗੁਰੂ ਜੀ ਬਾਲੇ ਨੂੰ ਆਖਿਆ, ਬਾਲੇ ਚੱਲ ਚੱਲੀਏ, ਇੱਕ ਘੜੀ ਵਿੱਚ ਵਾਪਸ ਆ ਜਾਵਾਂਗੇ। ਇਸ ਤਰ੍ਹਾਂ ਬਾਲੇ ਨੂੰ ਆਖ ਗੁਰੂ ਜੀ ਰਾਖਸ਼ ਪਾਸ ਪਹੁੰਚ ਗਏ। ਗੁਰੂ ਜੀ ਨੂੰ ਵੀ ਉਸ ਦੈਤ ਨੇ ਫੜ ਲਿਆ ਤੇ ਮੂੰਹ ਚ ਪਾ ਲਿਆ। ਜਦੋਂ ਗੁਰੂ ਜੀ ਉਸ ਦੈਤ ਦੇ ਪੇਟ ਵਿੱਚ ਗਏ ਤਾਂ ਅੱਗੇ ਮਰਦਾਨਾ ਮਿਲਿਆ। ਮਰਦਾਨੇ ਨੂੰ ਗੁਰੂ ਜੀ ਨੇ ਧੀਰਜ ਦਿੱਤਾ। ਗੁਰੂ ਜੀ ਨੇ ਤਾਂ ਆਪਣਾ ਵਿਰਾਟ ਰੂਪ ਬਣਾ ਲਿਆ। ਇੰਨਾ ਵੱਡਾ ਸਰੀਰ ਉਸ ਦੈਤ ਦੇ ਅੰਦਰ ਬਣਾ ਲਿਆ ਕਿ ਦੈਤ ਫਟਣ ਤੇ ਆਇਆ ਤੇ ਦੈਤ ਨੇ ਆਪਣਾ ਸਰੀਰ ਹੋਰ ਵਧਾ ਲਿਆ। ਇਸ ਤਰ੍ਹਾਂ ਗੁਰੂ ਜੀ ਵੀ ਹੋਰ ਵਿਰਾਟ ਰੂਪ ਚ ਆ ਗਏ। ਆਖਰ ਦੈਤ ਨੇ 9 ਯੋਜਨ ਆਪਣਾ ਸਰੀਰ ਕਰ ਲਿਆ। ਗੁਰੂ ਜੀ ਨੇ ਉਸੇ ਤਰ੍ਹਾਂ ਹੀ ਕਰ ਲਿਆ। ਸੁਮੇਰ ਦੀ ਤਰ੍ਹਾਂ ਦੈਤ ਹੋ ਗਿਆ। ਉਸ ਦੇ ਸਰੀਰ ਚੋਂ ਭਾਰੀ ਕਮਜ਼ੋਰੀ ਆ ਗਈ। ਦੈਤ ਨੇ ਆਪਣੇ ਜੀਵਨ ਦੀ ਆਸ ਮੁਕਾ ਦਿੱਤੀ। ਇੰਨਾ ਔਖਾ ਹੋ ਗਿਆ ਕਿ ਉਸ ਦੀਆਂ ਅੱਖਾਂ ਅੱਡ ਹੋ ਗਈਆਂ ਤੇ ਪਿਛਾਂਹ ਨੂੰ ਧਰਤੀ ਤੇ ਡਿੱਗ ਪਿਆ। ਭਾਵੇਂ ਵਿਧੀ ਆਚਲ ਪਰਬਤ ਧਰਤੀ ਤੇ ਡਿੱਗ ਪਿਆ। ਉਸ ਥੱਲੇ ਜਿੰਨੇ ਵੀ ਦਰਖਤ ਆਏ ਸਭ ਦੂਰ ਦੂਰ ਹੋ ਗਏ। ਉਸ ਦਾ ਸਾਹ ਬੰਦ ਹੋ ਗਿਆ ਤੇ ਦੇਹ ਉਸ ਦੀ ਛੁੱਟ ਗਈ। ਤਾਂ ਦੇਵਤਿਆਂ ਨੇ ਵੀ ਜੈ ਜੈਕਾਰ ਦੀ ਧੁਨ ਵਜਾਈ, ਫੁੱਲਾਂ ਦੀ ਵਰਖਾ ਕੀਤੀ। ਤਦ ਗੁਰੂ ਜੀ ਮਰਦਾਨੇ ਨੂੰ ਨਾਲ ਲੈ ਕੇ ਬਾਹਰ ਨਿਕਲੇ। ਜਿਵੇਂ ਪਨੰਗ ਦੈਤ ਨੂੰ ਮਾਰ ਕੇ ਸ੍ਰੀ ਕ੍ਰਿਸ਼ਨ ਬਾਹਰ ਨਿਕਲੇ ਤਾਂ ਰਾਖਸ਼ ਨੇ ਬੜੀ ਸੁੰਦਰ ਦੇਹ ਧਾਰਨ ਲਈ ਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਕਿਹਾ, ਪ੍ਰਭੂ ਤੁਸੀਂ ਮੇਰੇ ਜਿਹੇ ਪਾਪੀਆਂ ਨੂੰ ਕਲ ਯੁੱਗ ਚ ਤਾਰਨ ਵਾਸਤੇ ਜਨਮ ਲਿਆ ਹੈ। ਤੁਸੀਂ ਹਿੰਦ ਦੀ ਲਾਜ ਰੱਖਣ ਲਈ ਆਏ ਹੋ। ਤਦ ਗੁਰੂ ਜੀ ਨੇ ਉਸ ਦੈਤ ਨੂੰ ਪੁੱਛਿਆ, ਤੈਨੂੰ ਕੀ ਹੋਇਆ, ਤੂੰ ਦੈਤ ਕਿਵੇਂ ਬਣ ਗਿਆ? ਤਦ ਉਸਨੇ ਹੱਥ ਜੋੜ ਕੇ ਸਾਰਾ ਬਿਰਤਾਂਤ ਸੁਣਾਇਆ ਤੇ ਹੇ ਗੁਰੂ ਜੀ, ਜਿਸ ਵੇਲੇ ਰਾਜਾ ਜਨਕ ਰਾਜ ਕਰਦਾ ਸੀ ਉਸ ਵੇਲੇ ਮੈਂ ਉਸ ਦਾ ਰਸੋਈਆ ਸੀ। ਇੱਕ ਵਾਰ ਰਾਜ ਨੇ ਸੰਤਾਂ ਨੂੰ ਪ੍ਰਸ਼ਾਦ ਛਕਾਉਣ ਵਾਸਤੇ ਨਿਉਂਦਾ ਦਿੱਤਾ ਤਾਂ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ। ਮੈਂ ਸਭ ਤੋਂ ਪਹਿਲੇ ਉਹੀ ਪ੍ਰਸ਼ਾਦ ਛਕ ਲਿਆ। ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਰਸੋਈ ਝੂਠੀ ਹੋ ਗਈ ਹੈ ਤਾਂ ਉਹ ਸਾਰਾ ਭੋਜਨ ਸੁੱਟ ਦਿੱਤਾ ਗਿਆ। ਮੇਰਾ ਕਸੂਰ ਜਾਣ ਕੇ ਰਾਜੇ ਨੇ ਮੈਨੂੰ ਸ਼ਰਾਪ ਦੇ ਦਿੱਤਾ। ਆਖਿਆ ਤੂੰ ਬਹੁਤ ਵੱਡਾ ਰਾਖਸ਼ ਬਣੇਗਾ। ਇਹ ਗੱਲ ਸੁਣ ਕੇ ਮੈਂ ਡਰ ਗਿਆ ਅਤੇ ਮੈਂ ਦੀਨ ਹੋ ਕੇ ਰਾਜੇ ਨੂੰ ਪੁੱਛਿਆ, ਹੇ ਰਾਜਨ, ਇਸ ਸ਼ਰਾਪ ਤੋਂ ਮੇਰੀ ਦੇਹ ਕਦੋਂ ਛੁੱਟੇਗੀ, ਮੇਰੀ ਗਤੀ ਕਦੋਂ ਹੋਵੇਗੀ? ਤਦ ਰਾਜੇ ਜਨਕ ਨੇ ਕਿਹਾ, ਕਲਯੁਗ ਵਿੱਚ ਪਰਮਾਤਮਾ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਆਉਣਗੇ, ਤੇਰਾ ਸ਼ਰਾਪ ਖਤਮ ਹੋਏਗਾ। ਹੁਣ ਤੁਹਾਡਾ ਮਿਲਾਪ ਹੋਇਆ ਤਾਂ ਮੇਰਾ ਸ਼ਰਾਪ ਮਿਟਿਆ ਹੈ ਤੇ ਮੇਰੀ ਦੇਹ ਬਦਲ ਗਈ ਹੈ। ਇਹ ਗਥਾ ਸੁਣਾ ਕੇ ਉਸ ਗੁਰੂ ਜੀ ਨੂੰ ਵੰਦਨਾ ਕੀਤੀ ਤੇ ਦੇਵਲੋਕ ਨੂੰ ਚਲਾ ਗਿਆ। ਤਦ ਮਰਦਾਨੇ ਕਿਹਾ, ਹੇ ਗੁਰੂ ਜੀ, ਤੁਹਾਡੀ ਮਹਿਮਾ ਅਪਾਰ ਹੈ, ਪਰ ਇਹ ਰਾਖਸ਼ ਵੇਕੁੱਠ ਨੂੰ ਕਿਵੇਂ ਚਲਾ ਗਿਆ? ਤਦ ਗੁਰੂ ਨਾਨਕ ਦੇਵ ਜੀ ਨੇ ਕਿਹਾ, ਹੇ ਮਰਦਾਨੇ, ਇਸ ਨੇ ਪਹਿਲੇ ਸੰਤਾਂ ਦੀ ਸੇਵਾ ਬਹੁਤ ਕੀਤੀ ਸੀ, ਉਸ ਦੇ ਫਲ ਕਰਕੇ ਹੀ ਇਸ ਨੂੰ ਉੱਤਮ ਪਦਵੀ ਪ੍ਰਾਪਤ ਹੋਈ ਹੈ। ਸੰਤਾਂ ਦੀ ਸੇਵਾ ਕੀਤੀ ਕਦੀ ਵਿਅਰਥ ਨਹੀਂ ਜਾਂਦੀ।
ਜਿਹੜੇ ਲੋਕ ਸੰਤਾਂ ਨਾਲ ਮਿਲ ਕੇ ਸਮਾਂ ਬਤੀਤ ਕਰਦੇ ਹਨ, ਉਹਨਾਂ ਨੂੰ ਦੋਹਾਂ ਲੋਕਾਂ 'ਚ ਸੁੱਖ ਪ੍ਰਾਪਤੀ ਹੁੰਦੀ ਹੈ। ਹੇ ਮਰਦਾਨੇ, ਕਲਯੁਗ ਵਿੱਚ ਨਾਮ ਦੀ ਬਹੁਤ ਮਹਿਮਾ ਹੈ। ਇਸ ਸੰਸਾਰ ਦੇ ਬੰਧਨਾਂ ਤੋਂ ਛੁੱਟਣ ਲਈ ਤੇ ਭਵ ਸਾਗਰ ਤੋਂ ਤਰਨ ਲਈ ਨਾਮ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਹੈ। ਇਸ ਤਰ੍ਹਾਂ ਆਖ ਕੇ ਗੁਰੂ ਜੀ ਉੱਥੋਂ ਚੱਲ ਪਏ ਅਤੇ ਚਲਦੇ ਚਲਦੇ ਮਰਦਾਨੇ ਨੂੰ ਹੱਸਦਿਆਂ ਗਿਆ, ਮਰਦਾਨੇ, ਜੋ ਫਲ ਤੂੰ ਖਾਧੇ ਸੀ ਉਹਨਾਂ ਨਾਲ ਤੈਨੂੰ ਰੱਜ ਆਇਆ ਹੈ ਕਿ ਨਹੀਂ? ਤਦ ਮਰਦਾਨੇ ਨੇ ਕਿਹਾ, ਹੇ ਗੁਰੂ ਜੀ, ਮੈਂ ਗੁੱਸੇ 'ਚ ਤੁਹਾਨੂੰ ਮਾੜੇ ਸ਼ਬਦ ਬੋਲੇ, ਮੈਨੂੰ ਬਖਸ਼ ਲਵੋ। ਉਹਨਾਂ ਫਲਾਂ ਦਾ ਹੀ ਮੈਨੂੰ ਦੁੱਖ ਪ੍ਰਾਪਤ ਹੋਇਆ ਹੈ। ਤੁਸੀਂ ਬਹੁਤ ਕਿਰਪਾਲੂ ਹੋ ਤੇ ਆਪਣਾ ਬਿਰਦ ਜਾਣ ਕੇ ਤੁਸੀਂ ਮੇਰੀ ਰੱਖਿਆ ਕੀਤੀ। ਉਸ ਦੈਤ ਨੇ ਤਾਂ ਮੈਨੂੰ ਮਾਰ ਦਿੱਤਾ ਸੀ, ਤੁਸਾਂ ਫੇਰ ਬਚਾ ਲਿਆ। ਭੁੱਖ ਦੇ ਦੁੱਖ ਨਾਲ ਮੈਂ ਆਪ ਸਭ ਨੂੰ ਵਿਸਾਰ ਹੀ ਦਿੱਤਾ ਸੀ, ਤਾਂ ਹੀ ਮੈਨੂੰ ਇਹ ਦੁੱਖ ਦੇਖਣਾ ਪਿਆ।